जी का खालसा श्री वाहिगुरु जी की फतेह। परम सत्कारयोग साध संगत जीओ, आप जी संसार के महान महापुरुषों की याद में जुड़े हुए हो। आप सारे ही धनता जो भावें सतपुरुषों के गुण कहण सुनने तो परे हुंदे हन। कोई मनुष्य वर्णन नहीं कर सकता उन्होंने दे श्रेष्ठ गुणों नूं, पर फिर भी असी तुसी अपना जन्म सफला करने वास्ते उन्होंने दे गुणों नूं विचारदे हां ताकि सानू लाभ हो सके, साडे च भी कोई गुण आ सके। हजूर पातशाह जी का फरमान है, धन 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 जन आया, जिस प्रसाद सब जगत कराया। जो किश करहि सोई प्रभ माने, ओए राम नाम रंग राते, तिनकी शोभा सबनी थाई, जिन प्रभ के चरण पराते। जो कुछ भी वो करते हैं पार ब्रह्म परमेश्वर वाहिगुरु ਉਹੀ ਮੰਨ ਲੈਂਦਾ ਹੈ। ਉਹਨਾਂ ਦੀ ਸ਼ੋਭਾ ਹਰ ਇੱਕ ਥਾਵਾਂ ਵਿੱਚ ਹੁੰਦੀ ਹੈ। ਹਜ਼ੂਰ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੇ ਆਪ ਜਨਕ ਜੀ ਦੀ ਸਾਖੀ ਕਈ ਵਾਰ ਸਰਵਣ ਕਰਦੇ ਹੋ। ਧਰਮਰਾਜ ਵੀ ਉੱਠ ਕੇ ਖੜਾ ਹੋ ਕੇ ਸਤਿਕਾਰ ਕਰਦਾ ਹੈ। ਮੇਰੇ ਰਾਮ हर संता जे वड ना कोई, भगता बनियाई प्रभ अपने स्यों जल थल महियल सोई। एक जगह गुरु पंचम पातशाह महाराज जी इयों फरमान करते हैं, नानक तिन संतन शरणागति जिन मन वस कीना, तन धन सर्ब सुआपना प्रभ जन को दीना। पंजवें गुरु नानक महाराज जी कहते हैं, मैं उन्होंने महापुरुषों की शरण प्राप्त करता हाँ, शरण मंगता हाँ, जिन्हों ने अपना मन वसीकार कर लिया। तन धन सर्ब सुआपना प्रभ जन को दीना। उस अकाल पुरख वाहिगुरु ने यहे जे सतपुरुषों अपना तन अपना धन भाव अपना शरीर उन्होंने वास्ते ही हमेशा तैयार रखते हैं। पार ब्रह्म परमेश्वर ते धन सारी वाहिगुरु की जितनी प्रॉपर्टी है वो भी अपने प्यारिਆਂ ਨੂੰ दे दी है। सर्व सो अपना अपना सर्वंश ही प्रभ जन को दीना। पार ब्रह्म परमेश्वर वाहिगुरु ने अपने प्यारिਆਂ ਨੂੰ दे दिता। ਅਸੀਂ ਤੁਸੀਂ ਉਹਨਾਂ ਦੀ ਸ਼ੋਭਾ ਕੀ ਕਰ ਸਕਦੇ ਹਾਂ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਵੀ ਸਰਵੰਸ ਤੇ ਤਨ ਤਨ ਸਭ ਕੁਝ ਅਰਪਣ ਕਰ ਦਿੰਦਾ ਹੈ ਔਰ ਆਪਣਾ ਜਨਮ ਸਫਲਾ ਕਰਨ ਲਈ ਕੁਝ ਵਿਚਾਰ ਕਰਦੇ। ਬਹੁਤ ਸਾਰੇ ਤੁਹਾਡੇ ਵਿੱਚੋਂ ਹਜ਼ੂਰ ਮਹਾਰਾਜ ਜੀ ਦੀ ਸੰਗਤ ਕਰਦੇ ਰਹੇ ਹਨ, ਵੱਡੇ ਭਾਗਾਂ ਵਾਲੇ। बहुत सारे ने उन्होंने जीवन भी पढ़िया है।
ਆਪ ਜੀ ਦਾ ਅਵਤਾਰ ਸੰਨ 1905 ਵਿੱਚ ਈਸਵੀ ਸਨ 5 ਅਗਸਤ ਵਾਲੇ ਦਿਨ ਸੁਬਹ ਦੇ 2 ਵਜੇ ਇੱਕ ਮਹਾਨ ਮਹਾਂਪੁਰਸ਼ ਦੀ ਬਖਸ਼ਿਸ਼ ਦੁਆਰਾ ਵਰ ਦੁਆਰਾ ਇਸ ਸੰਸਾਰ ਦੇ ਭਲੇ ਲਈ ਹੋਇਆ ਸੀ। ਉਸ ਮਹਾਂਪੁਰਸ਼ ਰੱਬ ਦੇ ਪਿਆਰੇ ਨੇ ਇੱਕ ਗੁਲਾਬ ਦਾ ਫੁੱਲ ਦੇ ਕੇ ਆਪ ਜੀ ਦੇ ਪਿਤਾ ਬਾਬਾ ਰਾਮ ਸਿੰਘ ਸਾਹਿਬ ਜੀ ਨੂੰ ਵਰ ਦਿੱਤਾ ਸੀ। ਆਪ ਜੀ ਦੇ ਘਰ ਵਿੱਚ ਐਸਾ ਸਾਹਿਬਜ਼ਾਦਾ ਪ੍ਰਗਟ ਹੋਵੇਗਾ ਜੋ ਸਾਰੇ ਸੰਸਾਰ ਕੀ ਤਿੰਨਾਂ ਲੋਕਾਂ 14 ਭਵਨਾਂ ਵਿੱਚ ਜਿਸ ਦੀ ਸ਼ੋਭਾ ਹੋਵੇਗੀ ਤੇ ਸਾਰੇ ਹੀ ਸੰਸਾਰ ਵਿੱਚ ਇਸ ਗੁਲਾਬ ਦੀ ਤਰ੍ਹਾਂ ਸੁਗੰਧੀ ਫੈਲਾ ਦੇਵੇਗਾ। ਉਸ ਮਹਾਂਪੁਰਸ਼ਾਂ ਦੇ ਵਰ ਦੁਆਰਾ ਆਪ ਜੀ ਦਾ ਅਵਤਾਰ ਬਿਕਰਮੀ ਸੰਮਤ 21 ਸਾਉਣ 1962 ਬਿਕਰਮੀ ਨੂੰ ਆਪ ਜੀ ਦਾ ਅਵਤਾਰ ਹੋਇਆ ਸੀ। ਆਲੋਵਾਲ ਪਿੰਡ ਵਿਖੇ ਪਿਤਾ ਸਰਦਾਰ ਰਾਮ ਸਿੰਘ ਸਾਹਿਬ ਜੀ ਦੇ ਘਰ ਮਾਤਾ ਰਤਨ ਕੌਰ ਜੀ ਦੀ ਜਨਮ ਕਾਲ ਵਿੱਚ ਹੀ ਵੱਖਰੀਆਂ ਖੁਸ਼ੀਆਂ ਸਨ। ਬੜੇ ਲਾਵਾਂ ਚਾਵਾਂ ਨਾਲ ਆਪ ਜੀ ਦੀ ਪਾਲਣ ਪੋਸ਼ਣ ਹੋਇਆ। ਕੁਝ ਵੱਡੇ ਹੋਏ ਪਟਿਆਲੇ ਆਪ ਜੀ ਦੇ ਭਰਾ ਭੂਆ ਦੇ ਭਰਾ ਸਰਦਾਰ ਦਲੀਪ ਸਿੰਘ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਗਾਰਡੀਅਨ ਜਿਨ੍ਹਾਂ ਨੂੰ ਸਰਕਾਰੀ ਕੋਠੀ ਮਿਲੀ ਹੋਈ ਸੀ। ਆਪ ਜੀ ਨੂੰ ਉੱਥੇ ਲੈ ਗਏ। ਉਸ ਜ਼ਮਾਨੇ ਦੇ ਵਿੱਚ ਮਾਡਰਨ ਸਕੂਲ ਪਟਿਆਲੇ ਸੀ। ਪ੍ਰਾਇਮਰੀ ਸਕੂਲ ਵੀ ਬਹੁਤ ਘੱਟ ਸੀ, ਤਕਰੀਬਨ ਨਾਮ ਮਾਤਰ ਹੀ ਸੀ। ਮਾਡਰਨ ਸਕੂਲ ਰਾਜੇ ਮਹਾਰਾਜਿਆਂ ਵਾਸਤੇ ਸਕੂਲ ਸੀ ਜਿੱਥੇ ਵਜ਼ੀਰਾਂ ਦੇ ਲੜਕੇ ਰਾਜੇ ਮਹਾਰਾਜਿਆਂ ਦੇ ਸਾਕ ਸੰਬੰਧੀ ਜਾਂ ਵੱਡੇ ਸਰਦਾਰਾਂ ਦੇ ਲੜਕੇ ਪੜ੍ਹਦੇ ਸਨ। ਉੱਥੇ ਆਪ ਜੀ ਪੜ੍ਹਾਈ ਸ਼ੁਰੂ ਹੋ ਗਈ। ਬਹੁਤ ਅੱਛੇ ਨੰਬਰ ਲੈਂਦੇ ਸਨ ਪਰ ਬੰਦਗੀ ਦਾ ਪਹਿਲਾਂ ਤੇ ਹੀ ਸੁਭਾਅ ਆਪ ਜੀ ਨੂੰ ਵਿਰਸੇ ਵਿੱਚ ਮਿਲਿਆ ਹੋਇਆ ਸੀ। ਮੋਤੀ ਬਾਗ ਵਿੱਚ ਇੱਕ ਸੁਦਾਸਰ ਨਾਮ ਦਾ ਸਰੋਵਰ ਸੀ ਜਿੱਥੇ ਬਹੁਤ ਸਾਰੇ ਪਰਮਹੰਸ ਮਹਾਂਪੁਰਸ਼ ਰਹਿੰਦੇ ਸਨ। ਉਹਨਾਂ ਦੀ ਸਾਰੀ ਸੇਵਾ ਦਾ ਬੰਦੋਬਸਤ ਰਾਣੀਆਂ ਵੱਲੋਂ ਹੁੰਦਾ ਸੀ। ਉੱਥੇ ਬਹੁਤ ਸਾਰੀਆਂ ਗੁਫਾਵਾਂ ਤੇ ਇਕਾਂਤ ਦਾ ਬੰਦੋਬਸਤ ਸੀ। ਆਮ ਕੋਈ ਨਹੀਂ ਸੀ ਜਾ ਸਕਦਾ। ਆਪ ਜੀ ਦੇ ਉੱਥੇ ਜਾਣ ਦੀ ਖੁੱਲ੍ਹ ਹੀ ਸੀ। ਤੜਕੇ ਉੱਥੇ ਜਾ ਕੇ ਇਸ਼ਨਾਨ ਕਰਕੇ 2 ਵਜੇ ਬੈਠ ਜਾਂਦੇ ਚੌਂਕੜਾ ਲਗਾ ਕੇ 7 ਵਜੇ ਤੱਕ 15 ਪਾਠ ਸੁਖਮਨੀ ਸਾਹਿਬ ਦੇ ਕਰ ਲੈਂਦੇ ਸਨ। 5 ਘੰਟੇ ਬੈਠਦੇ, 1 ਘੰਟੇ 3 ਪਾਠ ਸੁਖਮਨੀ ਸਾਹਿਬ ਦੇ ਸੁਰਤ ਨਾਲ ਆਪ ਜੀ ਕਰਦੇ। ਸਕੂਲ ਦੇ ਦੌਰਾਨ 'ਚ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਸਨ। ਇਹ ਆਪ ਜੀ ਦਾ ਨਿਤਨੇਮ ਸੀ। ਪਟਿਆਲੇ ਵਿੱਚ ਸੋਹਣਦਾਸ, ਸੰਤੋਖ ਦਾਸ, ਬਾਬਾ ਧਿਆਨਾ ਜੀ ਆਦਿਕ ਮਹਾਂਪੁਰਸ਼ ਸਨ ਜੋ ਬੜੀ ਉੱਚੀ ਕਰਨੀ ਵਾਲੇ ਸਨ। ਉਹਨਾਂ ਪਾਸ ਆਪ ਜੀ ਸੰਗਤ ਕਰਦੇ ਰਹਿੰਦੇ ਸਨ। ਜ਼ਿਆਦਾ ਜਿੰਨਾ ਸਮਾਂ ਮਿਲਦਾ ਸਤਿਪੁਰਸ਼ਾਂ ਦੀ ਸੰਗਤ ਕਰਦੇ ਰਹਿੰਦੇ ਸਨ। ਜੋ ਕੁਛ ਕਰੇ ਸੋਈ ਪਰਮਾਤਮਾ। ਕੋਈ ਰਾਮ ਨਾਮ ਰੰਗ ਰਾਸ। From
ਸਤਪੁਰਸ਼ਾਂ ਦੀ ਸੋਭਾ ਕੌਣ ਆਦਮੀ ਹੈ ਜੋ ਕਰਨ ਨੂੰ ਸਮਰੱਥ ਹੋ ਸਕੇ। ਉਸੇ ਪਟਿਆਲੇ ਮਹਾਰਾਜੇ ਦੀ ਸਿੱਖ ਰੈਜੀਮੈਂਟ ਵਿੱਚ ਤੋਪਖਾਨੇ ਵਿੱਚ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਸਾਹਿਬ ਜੀ ਵੀ ਭਰਤੀ ਹੋਏ ਸਨ। ਤੋਪਖਾਨੇ ਦੀ ਪਲਟਣ ਦੇ ਗੁਰਦੁਆਰੇ ਵਿੱਚ ਰੋਜ਼ ਕੀਰਤਨ ਹੁੰਦਾ। 7 ਵਜੇ 15 ਪਾਠ ਸੁਖਮਨੀ ਸਾਹਿਬ ਦੇ ਕਰਕੇ ਆਪ ਜੀ ਤੋਪਖਾਨੇ ਵਾਲੀ ਸਿੱਖ ਪਲਟਣ ਦੇ ਗੁਰਦੁਆਰੇ ਵਿਖੇ ਪਹੁੰਚ ਜਾਂਦੇ ਸਨ। ਉੱਥੇ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਸਾਹਿਬ ਜੀ ਦਾ ਮਿਲਾਪ ਆਪ ਜੀ ਨੂੰ ਹੋ ਜਾਂਦਾ ਸੀ। ਉਸ ਸਮੇਂ ਆਪ ਜੀ ਚਿਮਟੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ। ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਸਾਹਿਬ ਜੀ 1978 ਬਿਕਰਮੀ ਵਿਸਾਖੀ ਵਾਲੇ ਦਿਨ ਰੇਰੂ ਸਾਹਿਬ ਇਹਨਾਂ ਤੇ 2 ਸਾਲ ਪਹਿਲਾਂ ਪਹੁੰਚ ਗਏ ਸਨ। ਸੰਤ ਮਹਾਰਾਜ ਜੀ ਮੈਟ੍ਰਿਕ ਵਿੱਚ ਪੜ੍ਹਦੇ ਹੋਏ ਛੁੱਟੀਆਂ ਦੇ ਸਮੇਂ ਹੀਰਾ ਸਿੰਘ ਥਾਣੇਦਾਰ ਦੇ ਨਾਲ 1924 ਈਸਵੀ ਵਿੱਚ ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚ ਗਏ ਸਨ। ਪਹੁੰਚਣ ਸਾਰ ਹੀ ਜਿਵੇਂ ਚਿਰਾਂ ਤੋਂ ਹੀ ਜਾਣਦੇ ਹੁੰਦੇ ਸਨ, ਹਜ਼ੂਰ ਪਾਤਸ਼ਾਹ ਦੇ ਚਰਨਾਂ ਤੇ ਲੰਬੇ ਪੈ ਜਾਂਦੇ ਹਨ। ਬਾਬਾ ਜੀ ਨੇ ਫਰਮਾਨ ਕੀਤਾ, ਕਾਕਾ ਐਦਾਂ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਬਹੁਤ ਚਿਰਾਂ ਤੋਂ ਆਪਸ ਵਿੱਚ ਜਾਣਦੇ ਹੁੰਦੇ। ਚਰਨਾਂ ਵਿੱਚ ਕੁਝ ਦਿਨ ਰਹੇ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਸ਼ਰਨ ਵਿੱਚ ਰੱਖੋ, ਪਰਮੇਸ਼ਰ ਦੇ ਮਿਲਾਪ ਦੀ ਜੁਗਤੀ ਦੱਸੋ, ਮੈਂ ਸਾਧੂ ਬਣਨਾ ਚਾਹੁੰਦਾ। ਭਾਵੇਂ ਆਪ ਜੀ ਨੂੰ ਦੁਨੀਆ ਦਾਰੀ ਵਿੱਚ ਜੋ ਬਹੁਤ ਅੱਛਾ ਅਹੁਦਾ ਮੰਨਿਆ ਜਾਂਦਾ ਹੈ ਉਹ ਮਿਲ ਰਿਹਾ ਸੀ। ਇੱਕ ਵਾਰ ਗਾਰਡੀਅਨ ਇਹਨਾਂ ਦੇ ਭੂਆ ਦੇ ਪੁੱਤ ਭਰਾ ਦਲੀਪ ਸਿੰਘ ਜੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਪਾਸ ਆਪ ਜੀ ਨੂੰ ਲੈ ਗਏ ਸਨ ਮੈਟ੍ਰਿਕ ਪੜ੍ਹਦਿਆਂ ਨੂੰ। ਮਹਾਰਾਜਾ ਭੁਪਿੰਦਰ ਸਿੰਘ ਆਪ ਜੀ ਦੇ ਮਸਤਕ ਵੱਲ ਕਿਤਨਾ ਚਿਰਾਂ ਤੱਕ ਦੇਖਦਾ ਰਿਹਾ। ਇਹਨਾਂ ਲਈ ਸਾਰਾ ਕੁਝ ਪੁੱਛਿਆ ਤੇ ਨਾਲ ਦੀ ਨਾਲ ਕਿਹਾ ਕਿ ਜਦੋਂ ਇਹ ਕਾਕਾ ਮੈਟ੍ਰਿਕ ਪਾਸ ਕਰ ਲਵੇ ਮੇਰੇ ਪਾਸ ਲਿਆਈ, ਮੈਂ ਇਸ ਨੂੰ ਮਨਮੰਗੀ ਤਨਖਾਹ ਦੇ ਦੇਵਾਂਗਾ ਤੇ ਆਪਣਾ ਅਰਦਲੀਆ ਰੱਖਾਂਗਾ। ਬਹੁਤ ਹੀ ਭਾਗਸ਼ਾਲੀ ਲੜਕਾ ਹੈ। ਪਰ ਸਰਦਾਰ ਦਲੀਪ ਸਿੰਘ ਹੁਣੀ ਚਾਹੁੰਦੇ ਸੀ ਕਿ ਮਹਾਰਾਜਾ ਭੁਪਿੰਦਰ ਸਿੰਘ ਦੇ ਅਰਦਲ 'ਚ ਇਹਨਾਂ ਨੂੰ ਫਿੱਟ ਕਰ ਦੇਣ, ਪਰ ਇਹ ਇੱਥੇ ਹੀ ਆ ਕੇ ਬੇਨਤੀ ਕਰ ਦਿੱਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਸੰਸਾਰ ਦੀ ਕੋਈ ਵਸਤੂ ਨਹੀਂ ਚਾਹੀਦੀ, ਆਪ ਮੈਨੂੰ ਐਸਾ ਰਸਤਾ ਦੱਸੋ ਜਿਸ ਨਾਲ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ। ਆਪ ਜੀ ਨੇ ਫਰਮਾਨ ਕੀਤਾ, ਕਾਕਾ ਤੇਰੇ ਬਹੁਤ ਅੱਛੇ ਕੱਪੜੇ ਪਾਏ ਹੋਏ ਹਨ,
ਇੱਥੇ ਸਾਧੂ ਬਣਨ ਵਾਸਤੇ ਤਾਂ ਬਹੁਤ ਸਾਦੇ ਕੱਪੜਿਆਂ ਦੀ ਲੋੜ ਪੈਂਦੀ ਹੈ। ਇੰਨੇ ਸੁੰਦਰ ਕੱਪੜੇ ਨਹੀਂ ਇੱਥੋਂ ਮਿਲ ਸਕਦੇ। ਕਿਸੇ ਅਮੀਰ ਘਰਾਣੇ ਵਿੱਚੋਂ ਜਾਪ ਰਿਹਾ ਹੈ, ਜੇ ਤੂੰ ਇਹ ਸਾਧੂਗੀਰੀ ਨੂੰ ਪ੍ਰਾਪਤ ਕਰਨਾ ਹੈ, ਪਹਿਲਾਂ ਇਹ ਸਾਰੇ ਕੱਪੜੇ, ਆਪਣੇ ਬਹੁਤ ਅੱਛੇ ਬੂਟ, ਚੀਰਾ ਬੰਨਿਆ ਹੋਇਆ ਸੀ, ਹਜ਼ੂਰ ਦੇ ਬੜੇ ਪਵਿੱਤਰ ਕੱਪੜੇ ਪਾਏ, ਬਹੁਤ ਸੁੰਦਰ ਕੱਪੜੇ ਪਾਏ ਸਨ। ਇਹਨਾਂ ਨੂੰ ਇੰਨਾ ਸ਼ੌਕ ਹੁੰਦਾ ਸੀ, ਜੋ ਵਸਤਰ ਇੱਕ ਵਾਰ ਪਾ ਲੈਂਦੇ ਸੀ ਉਹ ਦੁਬਾਰਾ ਧੋ ਕੇ ਪ੍ਰੈਸ ਕਰਕੇ ਪਾਉਂਦੇ ਹੁੰਦੇ ਸਨ। ਦਿਨ ਵਿੱਚ ਦੀ 3-3 4-4 ਵਰਦੀਆਂ ਬਦਲ ਦਿੰਦੇ ਸਨ। ਨਹੀਂ ਤਾਂ ਉਸ ਜ਼ਮਾਨੇ ਦੇ ਵਿੱਚ ਪ੍ਰੈਸ ਕਰਕੇ ਕੱਪੜੇ ਪਾਉਣੇ ਕਿਤੇ ਵਿਰਲੇ ਥਾਈਂ ਹੁੰਦੇ ਸਨ। ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ। ਹਜ਼ੂਰ ਦਾ ਹੁਕਮ ਮੰਨ ਕੇ ਸਾਰੇ ਵਸਤਰ ਉਤਾਰ ਦਿੱਤੇ, ਅੱਗ ਲਾ ਕੇ ਆਪ ਨੇ ਹੱਥੀਂ ਫੂਕ ਦਿੱਤੇ। ਹਜ਼ੂਰ ਨੇ ਖੱਦਰ ਦੇ ਕੱਪੜੇ ਇੱਕ ਚੋਲਾ ਜਿਹਾ ਦੇ ਦਿੱਤਾ, ਉਹ ਪਾ ਲਿਆ, ਜਿਸ ਨਾਲ ਆਪ ਜੀ ਦੇ ਬਹੁਤੇ ਕੋਮਲ ਸਰੀਰ ਤੇ ਛਾਲੇ ਹੋ ਗਏ ਸਨ। ਅੰਮ੍ਰਿਤ ਛਕਾ ਕੇ ਪਹਿਲਾਂ ਆਪ ਜੀ ਦਾ ਨਾਮ ਗੁਲਾਬ ਸਿੰਘ ਸੀ। ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਇਹਨਾਂ ਦਾ ਨਾਮ ਬਾਬਾ ਈਸ਼ਰ ਸਿੰਘ ਸਾਹਿਬ ਜੀ ਰੱਖ ਦਿੱਤਾ। ਗੁਲਾਬ ਤੋਂ ਈਸ਼ਵਰ ਬਣਾ ਦਿੱਤਾ। ਉਸ ਸਮਾਂ ਆਇਆ, ਮੈਟ੍ਰਿਕ ਦੇ ਇਮਤਿਹਾਨਾਂ ਦਾ ਸਮਾਂ ਨੇੜੇ ਆ ਗਿਆ। ਸੰਤ ਮਹਾਰਾਜ ਜੀ ਨੇ ਹੁਕਮ ਦਿੱਤਾ, ਕਾਕਾ ਤੇਰੇ ਮਾਤਾ ਪਿਤਾ ਨੇ ਬੜੀਆਂ ਰੀਝਾਂ ਨਾਲ ਤੈਨੂੰ ਪੜ੍ਹਾਇਆ ਹੈ, ਤੂੰ ਜਾ ਉੱਥੇ ਇਮਤਿਹਾਨ ਜ਼ਰੂਰ ਦੇ ਕੇ ਆ। ਹੁਕਮ ਮੰਨ ਕੇ ਚਲੇ ਗਏ, ਪਰ ਲਗਨ ਲੱਗ ਚੁੱਕੀ ਸੀ। ਹਮੇਸ਼ਾ ਸੁਖਮਨੀ ਸਾਹਿਬ ਦੇ ਪਾਠ ਜਾਂ ਵਾਹਿਗੁਰੂ ਮੰਤਰ ਦੇ ਵਿੱਚ ਆਪਣਾ ਸੁਰਤ ਲਗਾਈ ਰੱਖਦੇ, ਕੋਈ ਪਰਚਾ ਭਰਿਆ ਹੀ ਨਹੀਂ। ਬੈਠ ਕੇ ਵਾਪਸ ਆ ਗਏ। ਹਜ਼ੂਰ ਨੇ ਆਪਣੇ ਅਰਦਲ 'ਚ ਉਹਨਾਂ ਨੂੰ ਲਗਾ ਲਿਆ, ਗੜਵਾ ਤੇ ਆਸਣ ਦੇ ਦਿੱਤਾ। ਕਹਿਣ ਲੱਗੇ, ਆਹ ਤੇਰਾ ਵਿਰਸੇ ਦਾ ਵਿੱਚ ਆਉਂਦੇ ਹਨ 2 ਚੀਜ਼ਾਂ, ਇਹ ਆਪਣੀਆਂ ਲੈ ਲੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਦਾ ਰੋਜ਼ ਦਾ ਨਿਤਨੇਮ ਐਸਾ ਸੀ, ਸ਼ਾਮ ਨੂੰ 9 ਵਜੇ ਤੱਕ ਗੁਰਦੁਆਰੇ ਸਾਹਿਬ ਰੇਰੂ ਸਾਹਿਬ ਕੀਰਤਨ ਕਥਾ ਹੁੰਦੀ ਸੀ। 9 ਵਜੇ ਤੇ ਬਾਅਦ ਗੋਖੇ ਦੀ ਛਪੜੀ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਦੇਖੀ ਹੋਏਗੀ। ਉੱਥੇ ਇੱਕ ਬੇਰੀ ਸੀ, ਆਪ ਜੀ ਬੇਰੀ ਥੱਲੇ ਬੈਠਦੇ ਸਨ। ਭਾਵੇਂ ਸਿਆਲ ਹੋਵੇ, ਹਾੜ ਹੋਵੇ, ਠੱਕਾ ਵਗਦਾ ਹੋਵੇ, ਗੜੇ ਪੈਂਦੇ ਹੋਣ, ਕੁਛ ਵੀ ਕਿਉਂ ਨਾ ਹੋਵੇ, ਆਪ ਉਸ ਬੇਰੀ ਥੱਲੇ ਹੀ ਰਾਤ ਨੂੰ ਬੈਠਦੇ ਸਨ। ਸੰਤ ਈਸ਼ਰ ਸਿੰਘ ਜੀ ਗੜਵਾ ਤੇ ਪਰਨਾ ਲੈ ਕਰਕੇ ਆਪ ਜੀ ਦੇ ਸਾਹਮਣੇ ਥੱਲੇ ਸੱਜ ਜਾਂਦੇ ਸਨ। ਉਹਨਾਂ ਦਾ ਆਸਣ ਵਿਛਾ ਕੇ ਗੜਵਾ ਹੱਥ 'ਚ ਫੜ ਕੇ ਸਾਹਮਣੇ ਬੈਠ ਜਾਂਦੇ ਸਨ। 11 ਵਜੇ ਤੱਕ ਹਜ਼ੂਰ ਮਹਾਰਾਜ ਉੱਥੇ ਆਪਣਾ ਆਤਮ ਆਨੰਦ ਵਿੱਚ ਲੀਨ ਹੁੰਦੇ ਸਨ। ਉਸ ਦੇ ਪਿੱਛੋਂ ਜੋ ਉੱਥੇ ਨਜ਼ਦੀਕ ਹੀ ਇੱਕ ਬਾਗ ਵਿੱਚ ਛੋਟਾ ਜਿਹਾ ਕਮਰਾ, ਇੱਕ ਭੋਰਾ ਪਾਇਆ ਹੋਇਆ ਹੈ, ਉੱਥੇ ਚਲੇ ਜਾਂਦੇ ਸਨ ਹਜ਼ੂਰ ਪਾਤਸ਼ਾਹ। ਉੱਥੇ ਪਹੁੰਚ ਕੇ ਆਪ ਜੀ ਉਸ ਭੋਰੇ ਵਿੱਚ ਬੈਠ ਜਾਂਦੇ, ਸੱਜ ਜਾਂਦੇ ਸਨ। ਸੰਤ ਮਹਾਰਾਜ ਜੀ ਗੜਵਾ ਫੜ ਕੇ ਸਾਹਮਣੇ ਬੈਠ ਜਾਂਦੇ ਸਨ। 2 ਵਜੇ ਫਿਰ ਸੰਤ ਮਹਾਰਾਜ ਜੀ ਉੱਠ ਕੇ ਇਸ਼ਨਾਨ ਕਰਦੇ ਸਨ 101 ਡੋਲ ਨਾਲ, ਜਿਸ ਦਾ ਨਾਮ ਸਰਦਾ ਤੋੜ ਡੋਲ ਕਹਿੰਦੇ ਸਨ, ਕਿਉਂਕਿ ਉਹ ਇੰਨਾ ਭਾਰਾ ਔਰ ਵੱਡਾ ਡੋਲ ਸੀ, ਕੋਈ ਵਿਰਲਾ ਹੀ ਗੁਰਮੁਖ ਪਿਆਰਾ ਉਸ ਨੂੰ ਖਿੱਚਦਾ ਸੀ, ਇਸ ਲਈ ਉਸ ਦਾ ਨਾਮ ਸਰਦਾ ਤੋੜ ਡੋਲ ਰੱਖਿਆ ਹੋਇਆ। ਉਸ 101 ਡੋਲ ਨਾਲ ਇਸ਼ਨਾਨ ਕਰਦੇ ਸਨ। ਸਾਰੀ ਹੀ ਸੰਗਤ ਉਹਨਾਂ ਦੇ ਇਸ਼ਨਾਨ ਕੀਤੇ ਹੋਏ ਜਲ ਨਾਲ ਇਸ਼ਨਾਨ ਕਰ ਲੈਂਦੀ ਸੀ। ਇਸ਼ਨਾਨ ਕਰਕੇ ਆਪ ਜੀ ਵੀ ਉਸੇ ਜਲ ਨਾਲ ਇਸ਼ਨਾਨ ਕਰ ਲੈਂਦੇ ਸਨ, ਸੇਵਾ ਵਿੱਚ ਡਟੇ ਹੋਏ ਸਨ। ਫਿਰ ਗੋਖੇ ਦੀ ਛਪੜੀ ਤੇ ਜਾ ਕੇ ਆਪ ਜੀ ਦਿਨ ਚੜੇ ਤੱਕ ਸੱਜ ਜਾਂਦੇ 7 ਵਜੇ ਤੱਕ। 7 ਵਜੇ ਥੋੜਾ ਬਹੁਤਾ ਜਲ ਪਾਣੀ ਛਕ ਕੇ ਹਲ ਫੜ ਲੈਂਦੇ ਸਨ। ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਹਲ ਵਾਹ ਕੇ ਸਾਰਾ ਦਿਨ ਕਿਰਤ ਕਰਕੇ ਫਿਰ ਲੰਗਰ ਚਲਾਉਂਦੇ ਸਨ। ਆਪ ਜੀ ਸੇਵਾ ਵਿੱਚ ਹੁੰਦੇ ਸਨ। ਜਦੋਂ ਬੜੇ ਮਹਾਰਾਜ ਜੀ ਹਲ ਵਾਹੁੰਦੇ ਸਨ ਤਾਂ ਆਪ ਜੀ ਘਾਹ ਚੁਗਣ ਲੱਗ ਜਾਂਦੇ ਸਨ। ਕਈ ਵਾਰ
ਇਹਨਾਂ ਨੂੰ ਕਹਿ ਦਿੰਦੇ ਸਨ, ਕਾਕਾ ਸੁੱਕੀਆਂ ਲੱਕੜੀਆਂ ਇਕੱਠੀਆਂ ਕਰ ਲਾ, ਜਾਂ ਏਰਨੇ ਗੋਹੇ ਇਕੱਠੇ ਕਰ ਲਾ। ਇਹ ਏਰਨੇ ਗੋਹੇ ਇਕੱਠੇ ਕਰਨ ਲੱਗ ਜਾਂਦੇ, ਜਾਂ ਉੱਥੇ ਥੋੜ੍ਹੀਆਂ ਬਹੁਤੀਆਂ ਝੀਂਗਾਂ ਸੁੱਕੀਆਂ ਲੱਕੜਾਂ ਇੱਧਰੋਂ ਉੱਧਰੋਂ ਇਕੱਠੀਆਂ ਕਰ ਲੈਂਦੇ, ਸਿਰ 'ਤੇ ਰੱਖ ਲਿਆਉਂਦੇ। ਦੁਪਹਿਰੇ ਪ੍ਰਸ਼ਾਦ ਪਾਣੀ ਛਕ ਕੇ ਸੰਤ ਮਹਾਰਾਜ ਜੀ ਬਾਬਾ ਅਤਰ ਸਿੰਘ ਸਾਹਿਬ ਜੀ 1 ਘੰਟਾ ਬਿਰਾਜਮਾਨ ਹੁੰਦੇ ਸੀ, 12 ਵਜੇ ਤੋਂ 1 ਵਜੇ ਤੱਕ। ਹੁਕਮ ਦੇ ਦਿੰਦੇ, ਕਾਕਾ ਤੂੰ ਵੀ ਸੌਂ ਲਾ 1 ਘੰਟਾ। ਪਰ ਇਹ ਸੌਂਦੇ ਨਹੀਂ ਸੀ ਹੁੰਦੇ। ਜੇ ਗਰਮੀ ਦੀ ਮੌਸਮ ਹੁੰਦੀ ਸੀ ਤਾਂ ਪੱਖਾ ਝੱਲਣ ਲੱਗ ਜਾਂਦੇ ਸਨ। ਜੇ ਸਰਦੀਆਂ ਦੀ ਮੌਸਮ ਹੁੰਦੀ ਤਾਂ ਮੁੱਠੀ ਚਾਪੇ ਕਰਨ ਲੱਗ ਜਾਂਦੇ ਸਨ। 1 ਘੰਟਾ ਵੀ ਨਹੀਂ ਸਨ ਸੌਂਦੇ। ਆਪ ਜੀ ਪੌਣੇ 3 ਸਾਲ ਦੇ ਕਰੀਬ 1924 ਸਨ ਈਸਵੀ ਚੋਂ ਸੰਤ ਮਹਾਰਾਜ ਜੀ ਦੀ ਸੇਵਾ ਵਿੱਚ ਆ ਕੇ 1927 ਤੱਕ ਸੇਵਾ ਵਿੱਚ ਰਹੇ ਸਨ। ਇਹੀ ਨਿਯਮ ਰਿਹਾ ਹੈ, ਧਰਤੀ ਤੇ ਪੈ ਕੇ ਕਦੇ ਦੇਖਿਆ ਹੀ ਨਹੀਂ ਸੀ। ਦਿਨ ਰਾਤ ਦੀ ਸੇਵਾ ਸੀ, ਸਾਰੀ ਰਾਤ ਬੈਠ ਕੇ ਸਿਮਰਨ ਕਰਦੇ ਸਨ, ਹੁਕਮ ਵਿੱਚ ਰਹਿੰਦੇ ਸਨ, ਚੁੱਪ ਰਹਿੰਦੇ ਸਨ, ਬਹੁਤ ਹੀ ਘੱਟ ਖਾਂਦੇ ਸਨ, ਵਿਰਾਗ ਅਵਸਥਾ ਵਿੱਚ ਰਹਿੰਦੇ ਸਨ। ਕਦੇ ਕਦੇ ਜੇ ਕਿਤੇ ਬੜੇ ਹਜ਼ੂਰ ਮਹਾਰਾਜ ਜੀ ਦੇ ਸਾਹਮਣੇ ਬੈਠਦਿਆਂ ਨੂੰ ਆਪ ਜੀ ਨੂੰ ਨੀਂਦ ਆ ਜਾਂਦੀ ਸੀ, 2-4 ਮਿੰਟ ਅੱਖ ਲੱਗ ਜਾਂਦੀ ਸੀ ਤਾਂ ਇੱਕਦਮ ਉੱਠਦੇ ਸਨ। ਬਹੁਤ ਉੱਚੀ ਉੱਚੀ ਆਪ ਜੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਸਨ, ਜਿਸ ਨਾਲ ਹਜ਼ੂਰ ਦੀ ਬੜੇ ਮਹਾਰਾਜ ਦੀ ਸਮਾਧੀ ਖੁੱਲ੍ਹ ਜਾਂਦੀ ਸੀ। ਕਹਿੰਦੇ ਸਨ, ਕਾਕਾ ਤੂੰ ਰੋਂਦਾ ਕਿਉਂ ਹੈ? ਬੇਨਤੀ ਹੁੰਦੀ ਸੀ, ਮਹਾਰਾਜ ਮੈਨੂੰ ਨੀਂਦ ਆ ਗਈ ਸੀ, ਕੁਛ ਮਿੰਟ ਮੇਰਾ ਸਮਾਂ ਜਾਇਆ ਹੋ ਗਿਆ ਸੀ, ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ, ਮੈਨੂੰ ਨੀਂਦ ਨਾ ਆਵੇ, ਮੇਰਾ ਵਕਤ ਜਾਇਆ ਨਾ ਹੋ, ਜਾਂ ਮੇਰੀ ਮੌਤ ਹੋ ਜਾਏ ਜਾਂ ਮੇਰੀ ਨੀਂਦ ਹਟ ਜਾਏ। ਜਿਹੜੇ 5-7 ਮਿੰਟ ਨੀਂਦ ਵਿੱਚ ਮੇਰੇ ਜਾਇਆ ਚਲੇ ਜਾਂਦੇ ਹਨ, ਉਹ ਵਿਅਰਥ ਹੀ ਚਲੇ ਜਾਂਦੇ ਹਨ। ਇਤਨਾ ਮਨ ਤੇ ਇਤਨੀ ਛੋਟੀ ਅਵਸਥਾ ਦੇ ਵਿੱਚ ਕਾਬੂ ਪਾ ਲੈਣਾ ਕੋਈ ਛੋਟੀ ਜੀ ਗੱਲ ਨਹੀਂ ਹੈ। ਇੱਕ ਇਤਨੇ ਵੱਡੇ ਅਮੀਰ ਘਰਾਣੇ ਵਿੱਚੋਂ ਆ ਕਰਕੇ ਇਤਨੀ ਕਰੜੀ ਘਾਲਣਾ ਸੇਵਾ, ਇਤਨਾ ਮਨ ਤੇ ਕਾਬੂ ਪਾ ਲੈਣਾ ਕੋਈ ਛੋਟੀ ਜੀ ਗੱਲ ਨਹੀਂ। ਇੱਕ ਵਾਰ ਦੁਆਪਰ ਯੁੱਗ ਦਾ ਮਹਾਬਲੀ ਅਰਜਨ ਨੇ ਮਨ ਦੇ ਸਾਹਮਣੇ ਬਾਹਾਂ ਖੜੀਆਂ ਕਰ ਦਿੱਤੀਆਂ ਸਨ। ਭਗਵਾਨ ਕ੍ਰਿਸ਼ਨ ਜੀ ਨੂੰ ਕਹਿਣ ਲੱਗਿਆ, ਅਰਜਨ ਚੰਚਲੰ ਹੈ ਮਨਹਾ ਕ੍ਰਿਸ਼ਨ ਪਰਮਾਥੀ ਬਲਵਾ ਦ੍ਰਿਢੰ। ਹੈ ਕ੍ਰਿਸ਼ਨ ਜੀ, ਜਿਹੜਾ ਮੇਰਾ ਮਨ ਹੈ ਮਹਾ ਚੰਚਲ ਹੈ, ਬਹੁਤ ਸਾਰਾ ਬਲਵਾਨ ਹੈ ਮੇਰਾ ਮਨ। ਵਾ ਦ੍ਰਿਢੰ, ਮੇਰੇ ਇਸ ਦੇ ਸਾਹਮਣੇ ਹੱਥ ਖੜੇ ਹਨ, ਮੈਂ ਇਸ ਮਨ ਤੋਂ ਹਾਰ ਮੰਨ ਰਿਹਾ। ਮੇਰਾ ਮਨ ਅਤਿਅੰਤ ਬਲੀ ਹੈ, ਜੋ ਮੇਰੀ ਪੇਸ਼ ਨਹੀਂ ਜਾਣ ਦਿੰਦਾ। ਦੁਆਪਰ ਯੁੱਗ ਦਾ ਮਹਾਬਲੀ ਭਗਵਾਨ ਕ੍ਰਿਸ਼ਨ ਜੀ ਦੇ ਸਾਹਮਣੇ ਮਨ ਤੋਂ ਹਾਰ ਮੰਨ ਕੇ ਹੱਥ ਜੋੜੀ ਖੜਾ ਹੈ। ਮਹਾਰਾਜ, ਇਹ ਮਨ ਜਿਹੜਾ ਹੈ ਮੇਰਾ ਮਹਾਬਲੀ ਹੈ ਔਰ ਦ੍ਰਿੜ੍ਹਮ, ਬੜਾ ਦ੍ਰਿੜ ਹੈ, ਆਪਣਾ ਹੱਠ ਨਹੀਂ ਛੋੜਦਾ। ਜਿਸ ਪਾਸੇ ਵੱਲ ਮੈਨੂੰ ਚਲਾਉਂਦਾ ਹੈ ਮੈਨੂੰ ਚੱਲਣਾ ਪੈਂਦਾ ਹੈ। ਪ੍ਰਮਾਥੀ ਤਥਾ ਪ੍ਰਮਾਥੀ ਹੈ, ਜਿਵੇਂ ਮਧਾਣੀ ਦੁੱਧ ਨੂੰ ਰਿੜਕਦੀ ਹੁੰਦੀ ਹੈ, ਆਏ ਮੇਰੇ ਮਨ ਨੂੰ, ਇਹ ਮੇਰੇ ਮਨ ਜਿਹੜਾ ਹੈ ਮੇਰੇ ਸਰੀਰ ਨੂੰ ਰਿੜਕੇ ਆਪਣੀਆਂ ਹੀ ਗੱਲਾਂ ਮਨਾਉਂਦਾ ਹੈ। ਜੋ ਕੁਛ ਆਪ ਜੀ ਉਪਦੇਸ਼ ਦਿੰਦੇ ਹੋ ਉਸ ਦੀ ਪੂਰਨ ਕਮਾਈ ਨਹੀਂ ਹੋਣ ਦਿੰਦਾ। ਮਹਾਬਲੀ ਅਰਜਨ ਜਿਸ ਮਨ ਦੇ ਅੱਗੇ ਹੱਥ ਖੜੇ ਕਰ ਰਿਹਾ ਹੈ, ਉਸ ਮਨ ਨੂੰ ਦਲ ਕੇ ਰੱਖ ਦਿੱਤਾ ਸੰਤ ਮਹਾਰਾਜ ਜੀ ਨੇ। ਦਿਨ ਰਾਤ ਸੇਵਾ ਵਿੱਚ ਡਟੇ ਹੋਏ ਹਨ, ਹੁਕਮ ਦੇ ਵਿੱਚ ਖੜੇ ਹਨ। ਇਉਂ ਦਿਨ ਰਾਤ ਆਪ ਜੀ ਸੇਵਾ ਵਿੱਚ ਡਟੇ ਹਨ, ਮਨ ਦਾ ਪਤਾ ਹੀ ਨਹੀਂ ਹੈ। ਜੇ ਕਿਤੇ ਕੁਛ ਮਿੰਟ ਨੀਂਦ ਆ ਜਾਂਦੀ ਹੈ ਤਾਂ ਆਪ ਜੀ ਉੱਚੀ ਉੱਚੀ ਤਾਹਾਂ ਮਾਰ ਕੇ ਰੋ ਪੈਂਦੇ ਹਨ, ਮਹਾਰਾਜ ਕਿਰਪਾ ਕਰੋ, 2-4 ਮਿੰਟ ਜਿਹੜੀ ਨੀਂਦ ਮੈਨੂੰ ਬੈਠੇ ਨੂੰ ਆ ਜਾਂਦੀ ਹੈ, ਇਹ ਨਾ ਆਵੇ, ਮੇਰਾ ਸਮਾਂ ਜਾਇਆ ਹੋ ਜਾਂਦਾ। ਸੇਵਾ
ਭਾਵੇਂ ਬਹੁਤ ਤਰ੍ਹਾਂ ਦੀ ਹੈ। ਇੱਕ ਮਨ ਹੱਠ ਨਾਲ ਸੇਵਾ ਕੀਤੀ ਜਾਂਦੀ ਹੈ, ਭਾਵੇਂ ਸਾਰਾ ਦਿਨ ਸਾਰੀ ਰਾਤ ਕੀਤੀ ਜਾਏ। ਪਰ ਹਜ਼ੂਰ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜਿਹੜੀ ਆਗਿਆ ਵਿੱਚ ਖੜ ਕੇ ਸੇਵਾ ਕੀਤੀ ਜਾਂਦੀ ਹੈ ਉਹ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਆਗਿਆ ਸੁਣ ਸਾਹਿਬ ਸੇਵਾ ਆਗਿਆ ਸਾਈ ਸਾਹਿਬ ਸੇਵਾ ਕਾਇਮ ਸੇਵਾ ਆਗਿਆ ਸਾਈ ਸਾਹਿਬ ਸੇਵਾ ਕਾਇਮ ਚੜ੍ਹਦੀ ਉਮਰ ਅਮੀਰ ਘਰਾਣੇ ਦਾ ਬੱਚਾ ਔਰ ਦਿਨ ਰਾਤ ਹੁਕਮ ਵਿੱਚ ਖੜ ਕੇ ਸੇਵਾ ਕਰਦਾ ਹੈ, ਜਿਸ ਨੂੰ ਬਹੁਤੀ ਵਾਕਫੀਅਤ ਨਹੀਂ। ਸਕੂਲ ਦੇ ਵਿੱਚੋਂ ਹੀ ਸਤਪੁਰਸ਼ਾਂ ਦੀ ਸੰਗਤ ਵਿੱਚ ਆਇਆ ਹੈ, ਇਤਨੀ ਅਮੀਰੀ ਭੋਗਦਾ ਹੋਇਆ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਆ ਕੇ ਦਿਨ ਰਾਤ ਹੁਕਮ ਵਿੱਚ ਖੜਾ ਹੈ। ਦੂਸਰੇ ਪਾਸੇ ਮਹਾਬਲੀ ਅਰਜਨ ਕਹਿ ਰਿਹਾ ਹੈ, ਹੇ ਭਗਵਾਨ ਕ੍ਰਿਸ਼ਨ ਜੀ, ਤੁਹਾਡਾ ਹੁਕਮ ਮੰਨਿਆ ਨਹੀਂ ਜਾ ਰਿਹਾ। ਇੱਧਰ ਸੰਤ ਮਹਾਰਾਜ ਜੀ ਕਹਿ ਰਹੇ ਹਨ, ਕਾਕਾ ਜਿਹੜੀ ਅਸੀਂ ਕਮਾਈ ਕਰਦੇ ਹਾਂ ਤੇਰੇ ਲਈ ਹੀ ਕਰਦੇ ਹਾਂ, ਕਿਉਂ ਫਿਕਰ ਕਰਦਾ ਹੈ, ਕਿਉਂ ਇਤਨਾ ਕਸ਼ਟ ਕਰਦਾ ਹੈ? ਤੂੰ ਸੌਂ ਲਿਆ ਕਰ ਥੋੜਾ ਬਹੁਤਾ ਸਮਾਂ, ਤੂੰ ਫਿਕਰ ਨਾ ਕਰ, ਜਿਹੜੀ ਸਾਡੀ ਕਮਾਈ ਹੈ ਸਾਨੂੰ ਲੋੜ ਨਹੀਂ, ਤੇਰੇ ਲਈ ਹੀ ਹੈ। ਪਰ ਫਿਰ ਵੀ ਆਰਾਮ ਨਹੀਂ ਕਰ ਰਹੇ। ਉਧਰ ਅਰਜਨ ਕਹਿ ਰਿਹਾ ਹੈ, ਭਗਵਾਨ ਕ੍ਰਿਸ਼ਨ ਜੀ ਆਪ ਜੀ ਦੀ ਆਗਿਆ ਮੰਨੀ ਨਹੀਂ ਜਾ ਰਹੀ, ਮੈਂ ਆਪਣੇ ਮਨ ਤੇ ਕਾਬੂ ਨਹੀਂ ਪਾ ਸਕਦਾ। ਤਸਿਆਹੰ ਨਿਗ੍ਰਹੰ ਮਨਿ, ਜਿਹੜਾ ਮੇਰਾ ਮਨ ਹੈ ਉਸ ਨੂੰ ਜਿਹੜਾ ਇਕੱਠਾ ਕਰਨਾ ਹੈ ਉਹ ਇੰਨਾ ਔਖਾ ਮੈਨੂੰ ਲੱਗਦਾ ਹੈ। ਤਸਿਆਹੰ ਨਿਗ੍ਰਹੰ ਮਨਿ ਵਾਯੋ ਰਿਵਸੋ ਦੁਸ਼ਟਮ, ਮੈਂ ਅਰਜਨ ਮਨ ਨੂੰ ਰੋਕਣਾ ਇੰਨਾ ਔਖਾ ਮੰਨਦਾ ਹਾਂ, ਇਤਨਾ ਔਖਾ ਅਨੁਭਵ ਕਰ ਰਿਹਾ ਹਾਂ ਜਿਵੇਂ ਕੋਈ ਅਸਮਾਨ ਦੀ ਹਵਾ ਨੂੰ ਰੋਕਣਾ ਚਾਹੇ, ਨਹੀਂ ਰੋਕ ਸਕਦਾ। ਇਤਨਾ ਹੀ ਔਖਾ ਮੈਂ ਮਨ ਨੂੰ ਰੋਕਣਾ ਮਹਿਸੂਸ ਕਰ ਰਿਹਾ ਹਾਂ। ਹੈ ਭਗਵਾਨ ਕ੍ਰਿਸ਼ਨ, ਕਿਰਪਾ ਕਰੋ, ਮੈਨੂੰ ਕੋਈ ਜੁਗਤੀ ਦੱਸੋ, ਮੈਂ ਮਨ ਨੂੰ ਕਿਵੇਂ ਰੋਕ ਲਵਾਂ। ਇੱਧਰ ਹਜ਼ੂਰ ਪਾਤਸ਼ਾਹ ਦੀ ਸੇਵਾ ਵਿੱਚ ਚੜ੍ਹਦੀ ਉਮਰ ਦਾ
ਨੌਜਵਾਨ ਲੜਕਾ ਅਮੀਰ ਘਰਾਣੇ ਵਿੱਚੋਂ ਆਇਆ ਹੋਇਆ, ਮਨ ਦਾ ਪਤਾ ਹੀ ਨਹੀਂ, ਕਹਿ ਰਹੇ ਹਨ 2-4 ਮਿੰਟ ਵੀ ਜੇ ਨੀਂਦ ਆ ਜਾਏ ਤਾਂ ਸਮਾਂ ਵਿਅਰਥ ਚਲਿਆ ਜਾਂਦਾ ਹੈ। ਅੱਗੇ ਭਗਵਾਨ ਕ੍ਰਿਸ਼ਨ ਜੀ ਨੇ ਉਸ ਨੂੰ ਦੱਸਿਆ ਅਰਜਨ ਜੀ ਨੂੰ ਮਨ ਰੋਕਣ ਦਾ ਰਸਤਾ। ਅਸੰਸਿਅੰ ਮਹਾਬਾਹੂ, ਕਹਿਣ ਲੱਗੇ ਹੇ ਮਹਾਬਲੀ ਅਰਜਨ, ਮਹਾਭੁਜ ਡੰਡੇ ਵਾਲੇ, ਮਨੋ ਦੁਸ਼ਕਮ ਚਲਮ, ਮਨੋ ਦੁਰਨਿਗ੍ਰਹ ਚਲਮ। ਇਹ ਜਿਹੜਾ ਮਨ ਹੈ ਜੋ ਤੂੰ ਕਹਿ ਰਿਹਾ ਹੈ, ਇਹ ਬਿਲਕੁਲ ਹੀ ਸੰਸ਼य ਤੋਂ ਰਹਿਤ ਹੈ। ਮਨ ਐਸਾ ਹੀ ਹੈ ਜੈਸਾ ਤੂੰ ਕਹਿ ਰਿਹਾ ਹੈ। ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਮਨ ਲਈ ਦੱਸ ਰਹੇ। ਅਸੰਸਿਅੰ ਮਹਾਬਾਹੂ, हे ਮਹਾਬਲੀ ਅਰਜਨ, ਇਸ ਦੇ ਵਿੱਚ ਸ਼ੱਕ ਨਹੀਂ ਕੋਈ, ਮਨ ਇਤਨਾ ਹੀ ਪ੍ਰਬਲ ਹੈ। ਮਨੋ ਦੁਰਨਿਗ੍ਰਹ ਚਲਮ, ਮਨ ਇਤਨਾ ਚਲਾਇਮਾਨ ਹੈ, ਇਸ ਨੂੰ ਇਕੱਠਾ ਕਰਨਾ ਬਹੁਤ ਹੀ ਔਖਾ ਹੈ। ਪਰ ਫਿਰ ਵੀ ਇਹਦਾ ਇੱਕ ਉਪਾਅ ਹੈ ਮਨ ਰੋਕਣ ਦਾ। ਕ੍ਰਿਸ਼ਨ ਜੀ ਨੇ ਅਰਜਨ ਨੂੰ ਦੱਸਿਆ ਸੀ। ਅਭਿਆਸੇਨ ਤੂ ਕੌਂਤਯ, ਕਹਿਣ ਲੱਗੇ ਹੇ ਅਰਜਨ, ਬਾਰੰਬਾਰ ਅਭਿਆਸ ਕਰਕੇ ਇਸ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ, ਪਰ ਇਕੱਲੇ ਅਭਿਆਸ ਨਾਲ ਇੱਕ ਵਸਤੂ ਦੀ ਹੋਰ ਵੀ ਮਦਦ ਲੈਣ ਦੀ ਲੋੜ ਪੈਂਦੀ ਹੈ। ਉਹ ਕੀ ਹੈ? ਵੈਰਾਗਿਅੰ ਚ ਨਿਗ੍ਰਹਤੇ, ਮਨ ਨੂੰ ਸੰਸਾਰ ਤੋਂ ਉਪਰਾਮ ਕਰਕੇ, ਸੰਸਾਰ ਨੂੰ ਨਾਸਵੰਤ ਜਾਣ ਕੇ ਬਾਰੰਬਾਰ ਇਹ ਮਨ 'ਚ ਭਾਵਨਾ ਬਣਾ ਕੇ ਕਿ ਇਹ ਮਨਾ 4 ਦਿਨ ਦਾ ਜੀਵਨ ਹੈ, ਕਿਸੇ ਨੇ ਵੀ ਇੱਥੇ ਰਹਿਣਾ ਨਹੀਂ ਹੈ। ਇਉਂ ਬਾਰੰਬਾਰ, ਜਿਵੇਂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ, ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਇਸ ਤਰ੍ਹਾਂ ਦੀ ਵਿਰਾਗ ਬਾਣੀ, ਵਿਰਾਗਮਈ ਬਾਣੀ ਤੇ ਵਿਰਾਗਮਈ ਪੁਸਤਕਾਂ ਦਾ ਜਿਹੜਾ ਪਠਨ ਪਾਠਨ ਹੈ ਤੇ ਬਾਰੰਬਾਰ ਮਨ ਨੂੰ ਰੋਕਣ ਦਾ ਅਭਿਆਸ ਹੈ, ਇਸ ਨਾਲ ਮਨ ਅਤਿਅੰਤ ਪ੍ਰਬਲ ਹੋਣ ਦੇ ਬਾਵਜੂਦ ਵੀ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੈਰਾਗਿਅਨ ਚ ਨਿਗ੍ਰਹਤੇ, ਮਨ ਇਕੱਠਾ ਹੋ ਸਕਦਾ ਹੈ, ਰੋਕਿਆ ਜਾ ਸਕਦਾ ਹੈ। ਪਰ ਚੜ੍ਹਦੀ ਉਮਰ ਵਿੱਚ ਪਹਿਲੇ ਦਿਨ ਹੀ ਸੇਵਾ ਵਿੱਚ ਫਿੱਟ ਹੋ ਕਰਕੇ ਮਨ ਨੂੰ ਰੋਕ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਆਪ ਜੀ ਦਿਨ ਰਾਤ ਸੇਵਾ ਵਿੱਚ ਰਹੇ, 3 ਸਾਲ ਸੇਵਾ ਕੀਤੀ। ਸੰਤ ਮਹਾਰਾਜ ਜੀ ਤਿਨਕੀ ਸੋਭਾ ਸਰਨੀ ਖਾਈ ਦਿਨ ਪ੍ਰੋਫੇ ਚਾਹੂੰਗਾ। ਜਿਨ ਪ੍ਰਭ ਕੇ ਚਰਨ ਪੁਰਾਤੇ ਜੀ, ਤਿਨਕੀ ਸੋਭਾ ਸਰਨੀ ਖਾਈ। ਕੇ ਚਰਨ ਪੁਰਾਤੇ ਜੀ, ਤਿਨਕੀ ਸੋਭਾ ਸਰਨੀ ਖਾਈ।
ਜੋੜ ਮੇਲਾ ਸੈਦੂ ਜਾ ਕੇ ਮਨਾਇਆ ਕਰਦੇ ਸਨ। ਆਪ ਜੀ ਦੇ ਵੱਡੇ ਸੰਤ ਮਹਾਰਾਜ ਬਾਬਾ ਕਰਮ ਸਿੰਘ ਸਾਹਿਬ ਜੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਵੇਰੂ ਸਾਹਿਬ ਵਾਲਿਆਂ ਦੇ ਜੋ ਗੁਰੂ ਜੀ ਸਨ, ਉਹਨਾਂ ਦੀ ਬਰਸੀ ਆਪ ਸੈਦੂ ਜਾ ਕੇ ਮਨਾਇਆ ਕਰਦੇ ਸਨ। ਕੁਝ ਪਹਿਲੇ ਜਾਂਦੇ ਹੁੰਦੇ ਸਨ, ਪਹਿਲੇ ਜਾ ਕੇ ਸਾਰੀ ਤਿਆਰੀ ਵਗੈਰਾ ਖੁਦ ਹੀ ਕਰਦੇ ਸਨ। ਹਰੇਕ ਸਾਲ ਦੀ ਤਰ੍ਹਾਂ ਆਪ ਜੀ ਇਸ ਵਾਰ ਵੀ ਗਏ। ਸਾਰਾ ਦਿਨ ਲੰਗਰ ਦੀ ਸੇਵਾ ਵਗੈਰਾ ਸਾਰਾ ਪ੍ਰਬੰਧ ਕਰਦੇ। ਰਾਤ ਦੇ ਦੀਵਾਨ ਤੇ ਪਿੱਛੋਂ ਆਪ ਜੀ ਲੁੰਡੇ ਦਰਿਆ ਦੇ ਉੱਪਰ ਸੱਜ ਜਾਂਦੇ, ਜਿੱਥੇ ਬਹੁਤ ਕੜਕਦੀ ਸਰਦੀ ਬਰਫ਼ ਜੰਮ ਜਾਂਦੀ ਹੁੰਦੀ ਸੀ, ਤੇ ਆਪ ਜੀ ਦੇ ਨਾਲ ਆਪ ਜੀ ਦੇ ਸਾਥੀ ਸੰਤ ਈਸਰ ਸਿੰਘ ਜੀ ਹੀ ਹੁੰਦੇ ਸਨ। ਹੱਥ ਦੇ ਵਿੱਚ ਆਪਾਂ ਰੌਲਾ ਗੋਲਾ ਪੈਂਦਾ ਹੈ, ਇਹਨੂੰ ਛੇਤੀ ਨੂੰ ਉਹ ਪਾ ਦਿੰਦੇ ਹਾਂ। ਫਿਰ ਸੰਤ ਬਾਬਾ ਕਰਮ ਸਿੰਘ ਸਾਹਿਬ ਇੱਥੇ ਆ ਗਏ। ਅੱਗੇ ਦੀ ਤਰ੍ਹਾਂ ਹੀ ਬਾਹਰ ਬੈਠਦੇ ਹਨ ਰਾਤ ਦੇ ਸਮੇਂ ਲੁੰਡੇ ਦਰਿਆ ਦੇ ਕਿਨਾਰੇ। ਆਪ ਜੀ ਦੇ ਅਰਦਲ ਵਿੱਚ ਸੰਤ ਮਹਾਰਾਜ ਜੀ ਬਾਬਾ ਈਸਰ ਸਿੰਘ ਸਾਹਿਬ ਜੀ ਹੀ ਹੁੰਦੇ ਸਨ। ਬਰਫ਼ ਪੈਂਦੀ ਦੇ ਵਿੱਚ ਉਸੇ ਸਮੇਂ ਹੀ ਇੱਕ ਕਰਮਚੰਦ ਸੇਠ ਸੀ, ਜਿਸਨੇ ਬੇਨਤੀ ਕੀਤੀ ਕਿ ਮਹਾਰਾਜ ਜੇ ਹੁਕਮ ਹੋਵੇ ਆਪ ਜੀ ਦੇ ਸੇਵਾਦਾਰਾਂ ਲਈ ਮੈਂ ਬਸਤਰ ਬਣਾ ਦੇਵਾਂ। ਬੇਨਤੀ ਮਨਜ਼ੂਰ ਹੋ ਗਈ। ਸੰਤ ਮਹਾਰਾਜ ਜੀ ਨੇ ਹੁਕਮ ਕੀਤਾ, 2 ਕਫਨੀਆਂ ਬਣਾ ਲਿਆਈ ਤੇ ਬਾਕੀ ਚੋਲੇ ਸਮਾ ਲਏ ਕਲੀਆਂ ਵਾਲੇ। ਐਸੇ ਤਰ੍ਹਾਂ ਹੀ ਤੀਸਰੇ ਦਿਨ ਨੂੰ ਸਾਰੇ ਬਸਤਰ ਹਾਜ਼ਰ ਕਰ ਦਿੱਤੇ ਗਏ। ਉਦੋਂ ਅਗਲੇ ਦਿਨ ਦੀਵਾਨ ਦੀ ਸਮਾਪਤੀ, ਭੋਗ ਦੀ ਸਮਾਪਤੀ ਤੇ ਪਿੱਛੋਂ ਬਾਬਾ ਜੀ ਸੈਦੂ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਦੀ ਜਿੱਥੇ ਸਮਾਧ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਾਹਮਣੇ ਬੇਨਤੀ ਕੀਤੀ, ਹੈ ਦਸੇ ਪਾਤਸ਼ਾਹਾਂ ਮਹਾਰਾਜ ਜੀ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਬਖਸ਼ੇ ਹੋਏ ਮਹਾਪੁਰਸ਼ ਬਾਬਾ ਕਰਮ ਸਿੰਘ ਜੀ ਦੀ ਅਸਥਾਨ ਤੇ ਜੋਤੀ ਜੋਤ ਸਮਾਉਣ ਦੇ ਬਹਿਮਲੀਨ ਹੋਣ ਦੇ ਸਥਾਨ ਤੇ ਮੈਂ ਆਪਣੇ ਇਸ ਆਪ ਜੀ ਦੇ ਨਿਮਾਣੇ ਸੇਵਕ ਈਸਰ ਸਿੰਘ ਨੂੰ ਕਫਨੀ ਪਹਿਨਾ ਕੇ ਸਾਧ ਬਣਾ ਰਿਹਾ ਹਾਂ। ਕਿਰਪਾ ਕਰਕੇ ਆਪ ਜੀ ਨੇ ਲੱਜਿਆ ਰੱਖੀ। ਇਉਂ ਕਹਿ ਕੇ ਕਫਨੀ ਆਪ ਜੀ ਦੇ ਗਲ ਵਿੱਚ ਪਾ ਦਿੱਤੀ ਗਈ। ਵਾਪਸ ਆਏ ਆਪ ਜੀ 1927 ਨੂੰ ਇੱਥੇ ਆ ਕੇ 9 ਮਾਘ ਵਾਲੇ ਦਿਨ ਸਰੀਰ ਛੋੜ ਗਏ। ਉਸ ਤੋਂ ਬਾਅਦ ਆਪ ਜੀ ਨੂੰ ਬਹੁਤ ਸਾਰਾ ਵਿਰਾਗ ਲੱਗ ਗਿਆ। ਇੱਥੇ ਦੀ ਮਹੰਤੀ ਦਾ ਪ੍ਰਬੰਧ ਜੋ ਸੀ ਬਾਬਾ ਭਗਵਾਨ ਸਿੰਘ ਸਾਹਿਬ ਜੀ ਨੂੰ ਦੇ ਦਿੱਤਾ। ਆਪ ਇੱਥੋਂ ਵਿਰਾਗ ਦੇ ਵਿੱਚ ਬਾਹਰ ਚਲੇ ਗਏ। ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਅੰਮ੍ਰਿਤਸਰ ਸਾਹਿਬ, ਨਨਕਾਣਾ ਸਾਹਿਬ ਆਦਿ ਦੀ ਯਾਤਰਾ ਕਰਦੇ ਹਨ। ਦਿਨ ਰਾਤ ਵਿਰਾਗ ਦੇ ਵਿੱਚ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ। ਜਿਸ ਪਿਆਰੇ ਸਿਉ ਨੇਹੋਂ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਇਉਂ ਬਹੁਤ ਸਾਰੇ ਵਿਰਾਗ ਦੇ ਸ਼ਬਦ ਪੜ੍ਹਦੇ ਹਨ। ਜਿਸ ਤਨ ਲੱਗੀਆਂ ਸੋਈ ਤਨ ਜਾਣ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ।
ਇੱਕ ਵਾਰ ਫਰੀਦ ਜੀ ਨੇ ਵੀ ਆਪਣੇ ਬਿਰਹੇ ਦੇ ਵਿੱਚ ਆ ਕਰਕੇ ਇਉਂ ਉਚਾਰਨ ਕੀਤਾ ਸੀ, ਫਰੀਦਾ ਬਿਰਹਾ ਬਿਰਹਾ ਆਖੀਐ। ਫਰੀਦ ਜੀ ਨੇ ਵੀ ਇਹ ਦੋਹਰਾ ਆਪਣੇ ਅਤਿਅੰਤ ਬਿਰਹੇ ਦੇ ਤੜਪ ਦੇ ਵਿੱਚ ਉਚਾਰਨ ਕੀਤਾ ਸੀ, ਫਰੀਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਬਿਰਹਾ ਜਿਸ ਨੂੰ ਵਿਛੋੜੇ ਦਾ ਦੁੱਖ ਕਹਿੰਦੇ ਹਨ, ਇਹ ਇਤਨੀ ਪ੍ਰਬਲ ਸ਼ਕਤੀ ਹੈ, ਇਹ ਰੱਬ ਨੂੰ ਮਿਲਾ ਦਿੰਦੀ ਹੈ। ਪਰ ਬਿਰਹਾ ਜਿਹੜਾ ਹੈ ਇਹ ਪਰਮੇਸ਼ਰ ਹੀ ਹੈ। ਜਿਸ ਨੂੰ ਵਿਛੋੜੇ ਦਾ ਅਨੁਭਵ ਹੋ ਜਾਏ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਰੀਦ ਜੀ ਕਹਿਣ ਲੱਗੇ, ਜਿਹੜੇ ਸਰੀਰ ਦੇ ਵਿੱਚ ਵਿਛੋੜੇ ਦਾ ਅਨੁਭਵ ਨਹੀਂ ਹੁੰਦਾ ਉਹ ਮਸਾਨ ਧਰਤੀ ਵਰਗਾ ਹਿਰਦਾ ਹੈ। ਮਸਾਨ ਧਰਤੀ ਮੱਚੀ ਹੋਈ ਧਰਤੀ ਹੁੰਦੀ ਹੈ ਜਿੱਥੇ ਘਾਹ ਵਗੈਰਾ ਵੀ ਨਹੀਂ ਪੈਦਾ ਹੁੰਦਾ। ਇਸ ਲਈ ਪਰ ਬਿਰਹੇ ਦਾ ਸ਼ਬਦ ਜੋ ਹੈ ਵਿਛੋੜੇ ਦੇ ਅਨੁਭਵ ਨੂੰ ਕੋਈ ਉਹੀ ਜਾਣਦਾ ਹੈ ਜਿਹਨੂੰ ਇਸ ਦੀ ਸੋਝੀ ਆ ਗਈ। ਸੰਤ ਬਾਬਾ ਈਸਰ ਸਿੰਘ ਸਾਹਿਬ ਜੀ ਦਿਨ ਰਾਤ ਉਸ ਵਿਛੋੜੇ ਦੇ ਬਿਰਹਾ ਕਰਕੇ ਮਨ ਦੇ ਵਿੱਚ ਤੜਪ ਰਹੇ ਹਨ। ਦਿਨ ਰਾਤ ਅੱਖਾਂ ਦੇ ਵਿੱਚੋਂ ਹੰਝੂ ਜਾ ਰਹੇ ਹਨ। ਕਈ ਵਾਰ ਜੰਗਲ 'ਚ ਇੱਕ ਦੋ ਦੋ ਦਿਨ ਕਈ ਦਿਨ ਬੈਠਿਆਂ ਨੂੰ ਲੰਘ ਜਾਂਦੇ ਹਨ, ਨਾ ਕੁਛ ਖਾਣ ਦਾ ਨਾ ਕੁਛ ਪੀਣ ਦਾ। ਸਰੀਰ ਛੱਡਣ ਤੋਂ ਪਹਿਲਾਂ ਬੜੇ ਮਹਾਰਾਜ ਬਾਬੇ ਅਤਰ ਸਿੰਘ ਸਾਹਿਬ ਜੀ ਨੇ ਸੰਤ ਮਹਾਰਾਜ ਕਿਸ਼ਨ ਸਿੰਘ ਜੀ ਨੂੰ ਹੁਕਮ ਕਰ ਦਿੱਤਾ ਸੀ। ਕਹਿਣ ਲੱਗੇ, ਕਿਸ਼ਨ ਸਿੰਘ ਇਹ ਈਸ਼ਰ ਸਿੰਘ ਸਾਧ ਹੈ ਸਾਡਾ, ਤੁਸੀਂ ਪੜ੍ਹ ਲਵੋ, ਸਾਰਾ ਜੀਵਨ ਇਹਦਾ ਸਾਥ ਦਿਓਗੇ, ਇਸ ਨੂੰ ਦੁਨੀਆਦਾਰੀ ਦਾ ਨਹੀਂ ਪਤਾ। ਹੁਕਮ ਮੰਨ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੈਸਾ ਹੁਕਮ ਹੈ ਅਸੀਂ ਲਗਾਵਾਂਗੇ।
ਸੰਤ ਈਸਰ ਸਿੰਘ ਜੀ ਨੂੰ ਵੀ ਕਿਹਾ ਤੁਸੀਂ ਵੀ ਇਹਨਾਂ ਦਾ ਸਾਥ ਦੇਣਾ। ਉਹ ਨਾਲ ਹੀ ਰਹਿੰਦੇ ਸਨ, ਬੜੀ ਮੁਸ਼ਕਿਲ ਨਾਲ ਜਲ ਪਾਣੀ ਪ੍ਰਸ਼ਾਦ ਪਾਣੀ ਛਕਾਉਂਦੇ ਸਨ। 7-8 ਮਹੀਨੇ ਉਹ ਬਤੀਤ ਹੋ ਗਏ। ਫਿਰ 1927 ਭਾਦੋਂ ਦੇ ਪਿਛਲੇ ਪੱਖ ਵਿੱਚ ਰਾੜੇ ਦੇ ਗਿਆਨ ਸਿੰਘ, ਜੋ ਮੁੱਖ ਮੰਤਰੀ ਵੀ ਪੰਜਾਬ ਦਾ ਰਿਹਾ, ਪਟਿਆਲੇ ਵਿੱਚ ਹਾਈ ਕੋਰਟ ਦਾ ਜੱਜ ਵੀ ਰਿਹਾ, ਉਸ ਦੀ ਬੇਨਤੀ ਮੰਨ ਕੇ ਉਸ ਦੀ ਢੱਕੀ ਵਿੱਚ ਆ ਗਏ ਹਜ਼ੂਰ ਪਾਤਸ਼ਾਹ। ਜਿੱਥੇ ਜੰਗਲ ਹੀ ਜੰਗਲ ਸੀ ਉੱਥੇ ਆ ਗਏ ਆਪ, ਉੱਥੇ ਰਹਿਣ ਲੱਗੇ। ਉੱਥੇ ਦੀ ਨਿਤ ਕਿਰਿਆ ਜਿਹੜੀ ਆਪ ਜੀ ਦੀ ਸੀ ਇੱਦਾਂ ਦੀ ਸੀ, ਸਾਰੀ ਰਾਤ ਪੋਹ ਮਾਘ ਦੇ ਮਹੀਨੇ ਵਿੱਚ ਨਹਿਰ ਦੇ ਕਿਨਾਰੇ ਬੈਠਣਾ ਪੈ ਫੜਦੀ ਨਾਲ, ਫਿਰ ਉਸ ਜੰਗਲ ਵਿੱਚ ਆ ਜਾਣਾ ਜੋ ਬੜਾ ਸੰਘਣਾ ਜੰਗਲ ਸੀ, ਜਿਸ ਵਿੱਚ ਦੀ ਕੋਈ ਡਰਦਾ ਦਿਨੇ ਵੀ ਆਦਮੀ ਨਹੀਂ ਸੀ ਲੰਘਦਾ। ਕਈ ਵਾਰ ਪਾਣੀ 'ਚ ਖੜ ਕੇ ਬਰਫ਼ ਜੰਮੀ ਹੋਈ ਪਾਣੀ ਵਿੱਚ 100 ਪਾਠ ਜਪਜੀ ਸਾਹਿਬ ਦਾ, 25 ਪਾਠ ਸੁਖਮਨੀ ਸਾਹਿਬ ਦੇ ਮਹੀਨਿਆਂ ਬੱਧੀ ਰੋਜ਼ ਕਰਦੇ ਹੁੰਦੇ ਸੀ। ਸਾਰਾ ਦਿਨ ਜੰਗਲ 'ਚ ਬੈਠ ਕੇ ਇਵੇਂ ਹੀ ਕਰਦੇ ਸਨ। ਗਰਮੀਆਂ ਦੀ ਮੌਸਮ ਵਿੱਚ 4 ਫੁੱਟ ਦਾ ਟੋਇਆ ਪੱਟ ਕੇ ਸਾਰੀ ਰਾਤ ਉਸ ਵਿੱਚ ਬੈਠਦੇ ਸਨ। ਸਾਰਾ ਦਿਨ ਤਪਦੇ ਹੋਏ ਪੱਠ ਵਰਗੇ ਰੇਤ ਦੇ ਉੱਪਰ ਹਾੜ ਜੇਠ ਦੀ ਗਰਮੀ ਦੀ ਮੌਸਮ ਵਿੱਚ ਆਪ ਜੀ ਤਪੱਸਿਆ ਕਰਦੇ ਸਨ। ਇਉਂ ਕਦੇ ਆਪਣੀ ਮੌਜ ਵਿੱਚ ਗੁਫਾ ਦੇ ਵਿੱਚ ਚਲੇ ਜਾਂਦੇ ਸਨ। ਇੱਕ ਹਫ਼ਤਾ ਗੁਫਾ ਦਾ ਕੁੰਡਾ ਹੀ ਨਹੀਂ ਸੀ ਖੋਲ੍ਹਦੇ ਸਨ। ਹੰਝੂ ਹਮੇਸ਼ਾ ਆਪ ਜੀ ਦੇ ਵਗਦੇ ਰਹਿੰਦੇ ਸਨ। ਜਦੋਂ ਕਦੇ ਕੀਰਤਨ ਸ਼ੁਰੂ ਕਰਿਆ ਕਰਦੇ ਸਨ ਤਾਂ ਫਰੀਦ ਜੀ ਦੀ ਤਪੱਸਿਆ, ਮਾਰਕੰਡੇ ਦੀ ਤਪੱਸਿਆ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜੀਵਨ ਤੇ ਪਪੀਹੇ ਦੀ ਤੜਫ, ਸਵੰਤੀ ਬੂੰਦ ਵਾਸਤੇ, ਮੱਛੀ ਦੀ ਪਾਣੀ ਤੋਂ ਬਿਨਾਂ ਤੜਫ, ਇਸ ਤਰ੍ਹਾਂ ਦੇ ਪ੍ਰਸੰਗ ਬਹੁਤੇ ਸੁਣਾਇਆ ਕਰਦੇ ਸਨ। ਪ੍ਰਸੰਗਾਂ ਨੂੰ ਸੁਣਾਉਂਦਿਆਂ ਅੱਖਾਂ ਦੇ ਵਿੱਚ ਹੰਝੂਆਂ ਦੀਆਂ ਧਾਰਾਂ ਵਗ ਪੈਂਦੀਆਂ ਸਨ। ਕਈ ਵਾਰ ਇਉਂ ਸ਼ਬਦ ਪੜ੍ਹਦੇ ਹੁੰਦੇ ਸਨ, ਪਿਆਰਿਓ ਪਿਆ ਪ੍ਰਦੇਸ
ਜਿਸ ਦੇ ਦਿਲ ਵਿੱਚ ਜਿੰਨਾ ਪਿਆਰ ਹੁੰਦਾ ਹੈ ਉਤਨਾ ਹੀ ਵਿਛੋੜੇ ਦਾ ਦੁੱਖ ਅਨੁਭਵ ਹੁੰਦਾ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਆਪਣੇ ਵਿਛੋੜੇ ਦਾ ਵਰਣਨ ਕਰਦਿਆਂ ਹੋਇਆਂ ਇਉਂ ਉਚਾਰਨ ਕੀਤਾ ਹੈ, ਦਹਿ ਦਿਸ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸਹਿਜ ਅਕੇਲੀ ਨੀਂਦ ਨਹਿ ਨੈਨਹੁ ਫਿਰ ਪਰਦੇਸ ਸੁਧਾਇਓ, ਹੁਣ ਨਹੀਂ ਸੰਦੇਸਰੋ ਮਾਇਓ। ਹੈ ਮਾਤਾ ਜੀ, ਮੈਂ ਕਿਵੇਂ ਧੀਰਜ ਕਰਾਂ, ਮੈਨੂੰ ਦਿਨ ਰਾਤ ਨੀਂਦ ਨਹੀਂ ਆ ਰਹੀ, ਕਿਉਂਕਿ ਨਹੀਂ ਸੰਦੇਸ਼ ਮਾਇਓ, ਜਦੋਂ ਦਾ ਮੇਰਾ ਪਿਆਰਾ ਗਿਆ ਹੋਇਆ ਹੈ ਕੋਈ ਸੰਦੇਸ਼ਾ ਵੀ ਮੈਨੂੰ ਹਾਲੇ ਤੱਕ ਨਹੀਂ ਪਹੁੰਚਿਆ, ਜਿਸ ਕਰਕੇ ਮਨ ਨੂੰ ਧੀਰਜ ਹੋ ਜਾਏ। ਹੁਣ ਨਹੀਂ ਸੰਦੇਸ਼ਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਛਤਰ ਪਾਤਰੋ ਆਇਓ। ਜਦੋਂ ਇੱਕ ਕੋ ਮੇਰੇ ਪ੍ਰਾਣ ਪਿਆਰੇ ਜਾਂਦੇ ਹੁੰਦੇ ਸਨ ਸਤਿਗੁਰੂ ਜੀ, ਤਾਂ 4 ਪੱਤਰ ਆ ਜਾਂਦੇ ਹੁੰਦੇ ਸਨ। ਹੁਣ ਨਹੀਂ ਸੰਦੇਸ਼ਰੋ ਮਾਇਓ, ਪਰ ਹੁਣ ਇੱਕ ਵੀ ਸੁਨੇਹਾ ਨਹੀਂ ਆਇਆ। ਕਿਉਂ ਬਿਸਰੈ ਇਹ ਰਾਮ ਪਿਆਰੋ, ਕਿਉਂ ਬਿਸਰੈ ਇਹੋ ਲਾਲ ਪਿਆਰੋ, ਸਰਬ ਗੁਣਾ ਸੁਖਦਾਇ, ਮੰਦਰ ਚਰ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਇਉਂ ਕਰਦੇ ਕਰਦੇ ਕਈ ਵਾਰ ਇਉਂ ਪੜ੍ਹਦੇ ਹੁੰਦੇ ਸਨ, ਆਪਾਂ ਇਹ ਧਾਰਨਾ ਪੜ੍ਹ ਕੇ ਫਿਰ ਸਮਾਪਤ ਕਰ ਦਿੰਦੇ। ਹੁਣ ਕੀ ਸੰਜੀਵ ਕਰੋ Oh,
ਕਦੇ ਕਦੇ ਬਹੁਤ ਬੇਵਲਤਾ ਵਿੱਚ ਆ ਕਰਕੇ ਹੰਝੂਆਂ ਦੀਆਂ ਧਾਰਾਂ ਵਹਿ ਤੁਰਦੀਆਂ ਸਨ। ਏਦਾਂ ਪੜ੍ਹਦੇ ਸਨ, ਇਹ ਸ਼ਬਦ ਆਪਾਂ ਪੜ੍ਹਨਾ ਨਹੀਂ, ਪਰ ਊਂ ਆਪਾਂ ਕਹਿ ਲੈਂਦੇ ਹਾਂ। ਏਦਾਂ ਦੇ ਬਹੁਤ ਸਾਰੇ ਸ਼ਬਦ ਪੜ੍ਹਦੇ ਸਨ। ਹੁਣ ਪ੍ਰੀਤਮ ਜੀ ਤੇਰੇ ਹੋਣੇ ਨਹੀਂ ਦਿਦਾਰੇ, ਕਈ ਵਾਰ ਬਹੁਤੇ ਬਿਰਹ ਦੇ ਤੜਫ ਦੇ ਵਿੱਚ ਇਉਂ ਸ਼ਬਦ ਪੜ੍ਹਦੇ ਸਨ, ਹੁਣ ਪ੍ਰੀਤਮ ਜੀ ਤੇਰੇ ਹੋਣੇ ਨਹੀਂ ਦਿਦਾਰੇ। ਏਦਾਂ ਦੇ ਸ਼ਬਦ ਪੜ੍ਹਦੇ ਹੁੰਦੇ ਸਨ। ਸੁਣਨ ਵਾਲਿਆਂ ਦੇ ਵੀ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਹਿ ਚੱਲਦੀਆਂ ਸਨ।